ਵਾਹਿਗੁਰੂ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਕਾਰਣ ਕਾਰਣ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਲ ਸੋਏ। ਅਸ਼ਟਪਦੀ। ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ। ਖਿਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰ ਆਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਿਕ ਰੰਗ ਪ੍ਰਕਾਰ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾ ਪਾਥਰ ਤਰਾਵੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਪ੍ਰਭ ਭਾਵੈ ਤਾਂ ਪਤ ਤੇ ਉਧਾਰੈ, ਆਪ ਕਰੈ ਆਪਨ ਵਿਚਾਰੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਕਹੋ ਮਾਨੁਖ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਅਣਜਾਨਤ ਬਿਖਿਆ ਮੈਂ ਰਚੈ, ਜੇ ਜਾਨਤ ਆਪਨ ਆਪ ਬਚੈ। ਭਰਮੇ ਭੂਲਾ ਦਹਿ ਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਜਾਂ ਕਾ ਦ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਜਾਂ ਕਉ ਆਪਣੀ ਕਰੈ ਬਖਸੀਸ, ਤਾਂ ਕਾ ਲੇਖਾ ਨ ਗਨੈ ਜਗਦੀਸ਼। ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ। ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ। ਧੰਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਬਾਣੀ ਸ਼ਾਹਕਾਰ ਉਹਨਾਂ ਦਾ ਸੁਖਮਨੀ ਸਾਹਿਬ, ਇਹਦੇ ਰਾਹੀਂ ਇਹਦੇ ਪ੍ਰਥਾਏ ਸਾਨੂੰ ਅੱਗੇ ਸਮਝਾ ਰਹੇ ਹਨ। ਸ਼ਲੋਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਸਾਧ ਸੰਗਤ ਜੀਓ, ਪਹਿਲਾਂ ਫਤਿਹ ਪ੍ਰਵਾਨ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਤੁੱਛ ਬੁੱਧੀ ਅਨੁਸਾਰ ਵਿਚਾਰ ਹਾਜ਼ਰ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਕਰਨ ਵਾਲਾ, ਕਰਨੇ ਦਾ ਕਾਰਨ ਬਣਨ ਵਾਲਾ, ਕੌਜ਼ ਐਂਡ ਇਫੈਕਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਸਭ ਇੱਕੋ ਹੀ ਹੈ, ਦੂਜਾ ਕੋਈ ਨਹੀਂ। ਜੇ ਗ੍ਰੈਵਿਟੀ ਧਰਤੀ ਦੀ ਹੈ, ਖਿੱਚਦੀ ਹੈ ਧਰਤੀ ਆਪਣੇ ਵੱਲ ਚੀਜ਼ਾਂ ਨੂੰ, ਤਾਂ ਉਹ ਵੀ ਪਰਮਾਤਮਾ ਕਰਕੇ ਹੈ। ਗ੍ਰੈਵਿਟੀ ਇਟਸੈਲਫ ਦੀ ਉਹਦਾ ਕੋਈ ਮਤਲਬ ਨਹੀਂ ਹੈ ਜਿੰਨਾ ਚਿਰ ਪਰਮਾਤਮਾ ਪਿੱਛੇ ਨਾ ਹੋਵੇ। ਕੋਈ ਵੀ ਚੀਜ਼ ਜਿਹੜੀ ਦੁਨੀਆ ਦੇ ਵਿੱਚ ਕੋਈ ਕਾਰਨ ਬਣਦਾ ਹੈ, ਉਹਦਾ ਕਾਰਨ ਪਰਮਾਤਮਾ ਖੁਦ ਹੈ, ਹੋਰ ਕੋਈ ਨਹੀਂ ਹੈ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਲ ਸੋਏ। ਉਹ ਤੋਂ ਬਲਿਹਾਰ ਜਾਈਏ ਜਿਹੜਾ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਹੀਲ ਵਿੱਚ ਵੀ ਹੈ, ਪੁਲਾੜ ਵਿੱਚ ਵੀ ਹੈ, ਅੱਗ 'ਚ ਵੀ ਹੈ, ਹਵਾ 'ਚ ਵੀ ਹੈ, ਪਾਣੀ 'ਚ ਵੀ ਹੈ। ਔਰ ਬੜੀ ਹੈਰਾਨੀ ਹੁੰਦੀ ਹੈ ਸਾਧ ਸੰਗਤ ਜੀ, ਉਹ ਸਾਇੰਸਦਾਨਾਂ ਨੇ ਪ੍ਰੂਵ ਕਰਿਆ ਵੀ ਜਿੱਥੇ 5-5 ਹਜ਼ਾਰ ਡਿਗਰੀ ਟੈਂਪਰੇਚਰ ਹੁੰਦਾ ਹੈ, ਗਰਮ ਹੁੰਦੀ ਅੱਗ, ਉਹਦੇ ਵਿੱਚ ਵੀ ਬੈਕਟੀਰੀਆ ਹੁੰਦੇ, ਵਾਇਰਸ ਹੁੰਦੇ। ਔਰ ਠੰਡਾ ਪਾਣੀ ਜਿੱਥੇ 200-200 ਡਿਗਰੀ ਸੈਂਟੀਗ੍ਰੇਡ ਨੀਚੇ ਚਲੇ ਜਾਂਦਾ, ਮਾਈਨਸ ਵਿੱਚ, ਉੱਥੇ ਵੀ ਬੈਕਟੀਰੀਆ ਹੁੰਦੇ ਝਰਨਿਆਂ 'ਚ। ਦੇਖੋ ਕੁਦਰਤ ਦੀ ਕਲਾ। ਅਸ਼ਟਪਦੀ। ਕਰਨ ਕਰਾਵਨ ਕਾਰਨੈ, ਕਰਨ ਕਰਾਵਨ ਕਰਨੈ ਜੋਗ। ਸਭ ਕੁਛ ਯੋਗ ਹੈ, ਉਹ ਸਮਰੱਥ ਹੈ ਕਰਨ ਕਰਾਵਣ ਦੇ। ਜੋ ਤਿਸ ਭਾਵੈ ਸੋਈ ਹੋਗ, ਜੋ ਉਹਨੂੰ ਭਾਉਂਦਾ ਉਹੀ ਹੋ ਜਾਂਦਾ। ਸਾਡੀ ਇੱਕ ਥਿਊਰੀ ਹੈ,
ਸਾਡੇ ਹਿੰਦੂ ਫਲਸਫੇ 'ਚ, ਜਿਹਨੂੰ ਗੁਰਬਾਣੀ 'ਚ ਵੀ ਕਾਫੀ ਮਾਨਤਾ ਹੈ, ਬਈ ਕਰਮਾਂ ਦੇ ਅਨੁਸਾਰ ਨਿਬੇੜਾ ਹੁੰਦਾ ਹੈ। ਵੀ ਜਿਹੋ ਜਿਹਾ ਬੰਦਾ ਕਰਮ ਕਰਦਾ ਉਹਨੂੰ ਅਗਲਾ ਜਾਮਾ ਉਹੋ ਜਿਹਾ ਮਿਲ ਜਾਂਦਾ, ਉਹ ਫਲ ਭੋਗਣਾ ਪੈਂਦਾ। ਇਹ ਬਹੁਤ ਹੱਦ ਤੱਕ ਠੀਕ ਹੈ, ਲੇਕਿਨ ਇਹਦੇ 'ਚ ਐਕਸੈਪਸ਼ਨ ਵੀ ਰੱਖੀ ਹੈ ਗੁਰੂ ਮਹਾਰਾਜ ਨੇ, ਵੀ ਜੇ ਗੁਰੂ ਚਾਹੇ ਤਾਂ ਕਿਸੇ ਦਾ ਵੀ ਕਰਮ ਕਿੰਨਾ ਹੀ ਹੋਵੇ, ਚਾਹੇ ਸਮੁੰਦਰ ਦੇ ਪਾਣੀ ਜਿੰਨੇ ਹੋਵੇ, ਇੱਕ ਛਿਨ ਵਿੱਚ ਕੱਟ ਸਕਦਾ। ਇਹ ਐਕਸੈਪਸ਼ਨ ਹੈ, ਵੈਸੇ ਕਾਨੂੰਨ ਜਿਹੜਾ ਬਾਕੀ ਦਸਤੂਰ ਆ ਉਹ ਜਾਰੀ ਹੈ। ਹੁਣ ਕਰਮ ਵੱਧ ਤੁਮ ਜਿਉ ਕਹਿਤ ਹੋ, ਕਰਮੈ ਕਿਨ ਜਿਉ ਦੀਨ ਰੇ, ਕਬੀਰ ਜੀ ਦਾ ਸਵਾਲ ਹੈ। ਤੁਸੀਂ ਕਹਿੰਦੇ ਹੋ ਭਾਈ ਜੀਵ ਕਰਮਾਂ ਦਾ ਬੰਨਿਆ ਹੋਇਆ, ਫਿਲਾਸਫੀ ਹੈ ਪੁਰਾਣੀ। ਕਰਮਾਂ ਨੂੰ ਕਿਹਨੇ ਜ਼ਿੰਦਗੀ ਦਿੱਤੀ? ਦੇਖੋ ਕਬੀਰ ਜੀ ਉਸੇ ਬਾਤ ਪਰ ਲਿਆ ਰਹੇ ਬੰਦੇ ਨੂੰ, ਵੀ ਕਰਮ ਵੀ ਕਿਸੇ ਨੇ ਬਣਵਾਏ ਹੈ, ਕਰਾਏ ਹੈ, ਕਾਰਨ ਬਣਿਆ ਕੋਈ, ਉਹ ਪਰਮਾਤਮਾ ਹੈ। ਕਰਮ ਹੈ ਕਿਨ ਜਿਉ ਦੀਨ ਰੇ, ਕਰਮਾਂ ਨੂੰ ਜ਼ਿੰਦਗੀ ਕਿਹਨੇ ਦਿੱਤੀ ਹੈ? ਸੋ ਕਰਨ ਕਰਾਵਨ ਕਰਨੈ ਜੋਗ, ਸਭ ਕੁਛ ਕਰਨ ਦੇ ਉਹ ਸਮਰੱਥ ਹੈ। ਜੋ ਤਿਸ ਭਾਵੈ ਸੋਈ ਹੋਗ, ਹੋਣਾ ਉਹੀ ਹੈ ਜੋ ਉਹਨੂੰ ਭਾਉਂਦਾ ਹੈ। ਮੁਦਈ ਲਾਖ ਬੁਰਾ ਚਾਹੇ ਤੋ ਕਿਆ ਹੋਤਾ ਹੈ, ਹੋਤਾ ਵਹੀ ਹੈ ਜੋ ਮਨਜ਼ੂਰ ਖੁਦਾ ਹੋਤਾ ਹੈ। ਦੁਸ਼ਮਣ ਕਿੰਨਾ ਵੀ ਮੁਦਈ ਬੁਰਾ ਸੋਚੀ ਜਾਵੇ, ਜੋ ਉਹਨੂੰ ਭਾਉਂਦਾ ਹੋਣਾ ਉਹੀ ਹੈ। ਖਿਨ ਮੈਂ ਥਾਪ ਉਥਾਪਨ ਹਾਰਾ, ਇੱਕ ਖਿਨ ਦੇ ਵਿੱਚ ਥਾਪ ਕੇ ਸਾਜ ਕੇ ਰੱਖ ਦਿੰਦਾ, ਔਰ ਅੰਤ ਨਹੀਂ ਕਿਛ ਪਾਰਾਵਾਰ, ਉਹਦਾ ਕੋਈ ਅੰਤ ਨਹੀਂ ਹੈ। ਉਹਦਾ ਪਾਰਾਵਾਰ ਕੁਛ ਨਹੀਂ ਪਤਾ ਕਿਸੇ ਨੂੰ ਵੀ, ਨਾ ਉਹਦਾ ਕੋਈ ਅੰਤ ਜਾਣਦਾ, ਨਾ ਸ਼ੁਰੂ ਜਾਣਦਾ। ਉਹ ਆਪੇ ਆਪ ਹੈ, ਆਪ ਤੇ ਹੀ ਪੈਦਾ ਹੋਇਆ ਹੋਇਆ। ਸਹਿਬੰਗ ਸਵੰਭੂ ਕਹਿੰਦੇ ਜਿਹਨੂੰ, ਥਾਪ ਵੀ ਘੜੀ 'ਚ ਦਿੰਦਾ ਹੈ, ਮਟਾ ਵੀ ਘੜੀ 'ਚ ਦਿੰਦਾ। ਹੁਕਮੇ ਧਾਰ ਆਧਾਰ ਰਹਾਵੈ, ਉਹਦੇ ਹੁਕਮ ਦੇ ਵਿੱਚ ਹੀ ਸਾਰੇ ਬਿਨਾਂ ਸਹਾਰੇ ਤੋਂ ਵੀ ਖੜੇ ਰਹਿੰਦੇ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਹੁਕਮੇ ਉਪਜੈ ਹੁਕਮ ਸਮਾਵੈ, ਉਹਦੇ ਹੁਕਮ ਵਿੱਚ ਹੀ ਪੈਦਾ ਹੁੰਦਾ, ਹੁਕਮ ਵਿੱਚ ਹੀ ਸਮਾ ਜਾਂਦਾ। ਹੁਕਮੇ ਊਚ ਨੀਚ ਵਿਵਹਾਰ, ਉਹਦੇ ਹੁਕਮ ਵਿੱਚ ਉਹਦੇ ਹੁਕਮ ਵਿੱਚ ਹੀ ਕੋਈ ਬੰਦਾ ਉੱਚਾ ਜਾਂ ਨੀਚਾ ਵਿਚਾਰਾਂ 'ਚ ਬਣਦਾ ਹੈ, ਵਿਵਹਾਰ ਕਰਦਾ ਹੈ ਊਚ ਨੀਚ, ਸਭ ਉਹਦਾ ਹੁਕਮ ਹੈ। ਭਾਵੇਂ ਬੰਦਾ ਆਪਣੇ ਭਾਣੇ 'ਚ ਵੀ ਕਰ ਰਿਹਾ, ਲੇਕਿਨ ਪਿੱਛੇ ਹੁਕਮ ਉਸੇ ਦਾ ਹੈ। ਹੁਕਮੇ ਅਨੇਕ ਰੰਗ ਪ੍ਰਕਾਰ, ਬਹੁਤ ਤਰ੍ਹਾਂ ਦੇ ਉਹਦੇ ਹੁਕਮ ਹੈ। ਉਸ ਹੁਕਮ ਦੇ ਤਹਿਤ ਅਨੇਕ ਅਨੇਕ ਤਰ੍ਹਾਂ ਦੇ ਰੰਗ, ਕਈ ਪ੍ਰਕਾਰ ਦੀਆਂ ਖੇਲਾਂ ਖੇਲਦਾ ਹੈ। ਕਰ ਕਰ ਦੇਖੇ ਆਪਣੀ ਵਡਿਆਈ, ਉਹ ਆਪਣੀ ਵਡਿਆਈ ਉਹਦੀ ਇਹੀ ਹੈ ਵੀ ਉਹ ਕਰ ਕਰਕੇ ਦੇਖ ਰਿਹਾ, ਬੈਠਾ ਵੇਖੈ ਵੱਖ ਇਕੇਲਾ। ਨਾਨਕ ਸਭ ਮੈਂ ਰਿਹਾ ਸਮਾਈ, ਹੈ ਸਭ ਦੇ ਅੰਦਰ, ਸਭ ਤੇ ਨੇੜੇ ਸਭ ਹੂੰ ਤੇ ਦੂਰ। ਖੇਲ ਦੇਖੋ ਕੈਸਾ ਹੈ ਜੀ, ਇਹ ਸਮਝਣਾ ਬੜਾ ਮੁਸ਼ਕਿਲ ਹੈ ਬੁੱਧੀ ਵਾਸਤੇ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਜੇ ਉਹਨੂੰ ਭਾ ਜਾਵੇ ਤਾਂ ਮਨੁੱਖ ਦੀ ਗਤੀ ਹੋ ਜਾਂਦੀ ਹੈ। ਜਿਹੜੇ ਦਸਤੂਰ ਦੇ ਮੁਤਾਬਕ ਉਹਨੇ ਕਰਮ ਕਰੇ ਵੇ ਹੁੰਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਉਹ ਜਿਹੜਾ ਕਿਰਤ ਕਰਮ ਦੇ ਅਨੁਸਾਰ ਸਾਡਾ ਜ਼ਿੰਦਗੀ ਢਲ ਰਹੀ ਹੈ, ਅੱਗੇ ਅੱਗੇ ਚੱਲ ਰਹੇ ਹਾਂ ਆਪਾਂ, ਉਹਨਾਂ ਨੂੰ ਵੀ ਉਹ ਤੋੜ ਦਿੰਦਾ। ਜੇ ਉਹਨੂੰ ਭਾ ਜਾਵੇ, ਆਪਣੇ ਭਾਣੇ ਦੇ ਵਿੱਚ ਜੀਵਾਂ ਨੂੰ ਬਾਹਰ ਕੱਢ ਲੈਂਦਾ ਇਸ ਖਲ ਜਗਨ 'ਚੋਂ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪੱਥਰ ਵੀ ਤਿਰ ਸਕਦਾ। ਜਿਹੜੇ ਪੱਥਰ ਰੂਪੀ ਹਿਰਦੇ ਹੁੰਦੇ ਉਹਨਾਂ ਨੂੰ ਵੀ ਠੰਡ ਪਾ ਦਿੰਦਾ। ਕਠੋਰ ਹਿਰਦੇ ਜਿਹੜੇ ਰੱਬ ਨੂੰ ਮੰਨਦੇ ਤੱਕ ਨਹੀਂ, ਉਹਨਾਂ ਨੂੰ ਵੀ ਮੰਨਣ ਲਾ ਦਿੰਦਾ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਜੇ ਉਹਨੂੰ ਭਾ ਜਾਵੇ ਤਾਂ ਹੀ ਅਸੀਂ ਹਰੀ ਦੇ ਗੁਣਾਂ ਨੂੰ ਭਾਖ ਸਕਦੇ ਹਾਂ, ਅਦਰਵਾਈਜ਼ ਬੜਾ ਮੁਸ਼ਕਿਲ ਹੈ, ਕਿਉਂਕਿ ਔਖਾ ਨਾ ਔਖਾ ਸਾਚਾ ਨਾਮ। ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਜਿਹੜਾ ਡਿੱਗ ਚੁੱਕਿਆ ਹੇਠਾਂ ਉਹਨੂੰ ਵੀ ਉਧਾਰ ਕਰ ਲੈਂਦਾ। ਉਹ ਸਮੁੰਦਰ ਦੇ ਵਿੱਚੋਂ ਵੀ ਉਂਗਲੀ ਪਕੜ ਕੇ ਬਾਹਰ ਕੱਢ ਲੈਂਦਾ। ਸਮੁੰਦਰ ਤੋਂ ਭਾਵ ਇਹ ਜਿਹੜਾ ਸਾਡਾ 84 ਦਾ ਗੇੜ ਹੈ, ਇਹਦੇ 'ਚੋਂ ਬਾਹਰ ਕੱਢ ਸਕਦਾ, ਉਹ ਕੱਢਦਾ ਕਿਸੇ ਕਿਸੇ ਨੂੰ, ਜਿਹਨੂੰ ਉਹ ਭਾਉਂਦਾ, ਜਿਹੜਾ ਉਹਨੂੰ ਭਾਉਂਦਾ। ਔਰ ਜਿਹੜਾ ਇਹ ਲੋਭ ਦਾ, ਕਾਮ ਕ੍ਰੋਧ ਹੰਕਾਰ, ਇਹ ਜਿਹੜਾ ਸਾਗਰ ਹੈ, ਭਵ ਸਾਗਰ, ਜਿਹਨੂੰ ਤਸ਼ਬੀਹ ਦਿੱਤੀ ਹੈ, ਹਿੰਦੂਆਂ ਦਾ ਭਵ ਸਾਗਰ ਹੋਰ ਹੈ। ਪੰਡਤ ਤਾਂ ਕਹਿੰਦਾ ਗਊ ਦੀ ਪੂੰਛ ਫੜ ਕੇ ਅਸੀਂ ਭਵ ਸਾਗਰ ਨੂੰ ਪਾਰ ਕਰ ਜਾਵਾਂਗੇ, ਬੈਤਰਨੀ ਨਦੀ ਜਿਹੜੀ ਲਹੂ ਰਾਹਦੀ ਹੈ ਉਹਨੂੰ ਪਾਰ ਕਰ ਲਾਂਗੇ। ਗੁਰਮਤ ਦਾ ਐਸਾ ਖਿਆਲ ਨਹੀਂ ਹੈ। ਗੁਰਮਤ ਦਾ ਖਿਆਲ ਹੈ ਵੀ ਗੁਰੂ ਔਰ ਪਰਮਾਤਮਾ ਸਮਰੱਥ ਹੈ, ਇਸ ਨੂੰ, ਸਾਨੂੰ ਇਹਦੇ 'ਚੋਂ ਬਾਹਰ ਕੱਢ ਸਕਦੇ ਹਾਂ। ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ,
ਆਪੇ ਉਹ ਕਰਦਾ, ਆਪੇ ਵਿਚਾਰ ਕਰਦਾ ਇਸ ਗੱਲ ਦੀ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਲਿਵ ਧਾਤ ਦੋਏ ਰਾਹ ਹੈ। ਲਿਵ ਵੀ ਤੇ ਧਾਤ ਵੀ ਦੋਹੇ ਸਿਰੇ ਹੈ, ਇੱਕ ਪਰਮਾਤਮਾ ਵਾਲਾ ਹੈ ਤੇ ਇੱਕ ਦੁਨੀਆਦਾਰੀ ਵਾਲਾ, ਧਾਤ ਵਾਲਾ। ਹੁਣ ਜਿਹਦੇ ਤਹਿਤ ਜਾਂ ਤਾਂ ਬੰਦਾ ਪਰਮਾਤਮਾ ਵੱਲ ਲੱਗ ਜਾਵੇ, ਨਹੀਂ ਫਿਰ ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ ਖਚਤ ਹੋ ਕੇ ਰਹਿ ਜਾਵੇ, ਮਾਇਆ ਦੇ ਵਿੱਚ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਲੱਗ ਜਾਵੇ। ਇਹ ਦੋ ਸਿਰੇ ਹੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਦੋਹਾਂ ਪਾਸੇ ਆਪੇ ਖੇਲ ਰਿਹਾ। ਦੇਖੋ ਇਹ ਅਜੀਬ ਚੀਜ਼ ਹੈ ਮੰਨਣ ਵਾਸਤੇ। ਚਲੋ ਸਿੱਖ ਤਾਂ ਮੰਨ ਲੈਂਦੇ ਕਿਉਂਕਿ ਇਹ ਜਿਹੀਆਂ ਵਿਚਾਰਾਂ ਹੁੰਦੀਆਂ ਰਹਿੰਦੀਆਂ। ਦੂਜੇ ਧਰਮਾਂ ਵਾਲਿਆਂ ਨੂੰ ਮੰਨਣਾ ਬੜਾ ਮੁਸ਼ਕਲ ਹੈ ਇਹ ਗੱਲ, ਵੀ ਦੋਹਾਂ ਸਿਰਿਆਂ ਦਾ ਸੁਆਮੀ ਕਿੱਕਣ ਹੋ ਸਕਦਾ, ਇੱਕ ਪਾਸੇ ਦਾ ਹੋ ਸਕਦਾ ਹੈ। ਬੁੱਧੀ ਇਹ ਗੱਲ ਕਹਿੰਦੀ ਹੈ, ਪਰ ਇਹ ਬਿਲਕੁਲ ਇਸ ਤਰ੍ਹਾਂ ਹੀ ਹੈ। ਭਾਈ ਨੰਦ ਲਾਲ ਜੀ ਨੇ ਵੀ ਵਿਆਖਿਆ ਕਰੀ ਹੈ, ਗੁਰਬਾਣੀ 'ਚ ਵੀ ਵਿਆਖਿਆ ਇਹਦੀ, ਬਈ ਜਿਹੜਾ ਆਪਾਂ ਨੂੰ ਜ਼ਿੰਦਗੀ ਬਸਰ ਕਰਨੀ ਹੈ ਉਹ ਇਨ ਬਿਟਵੀਨ ਕਰਨੀ ਹੈ ਨਾ ਦੋਹਾਂ ਸਿਰਿਆਂ ਦੇ। ਦੇਖੋ ਪਰਿਵਾਰ ਔਰ ਸੰਸਾਰ ਇਹ ਮਾਇਆ ਹੈ, ਇਹਨੂੰ ਬਿਲਕੁਲ ਤਿਆਗਣਾ ਨਹੀਂ ਹੈ, ਵਿੱਚ ਰਹਿਣਾ ਇਹਦੇ। ਇਹ ਇੱਕ ਸਿਰਾ ਹੈ। ਦੂਜਾ ਸਿਰਾ ਹੈ ਲਿਵ ਵਾਲਾ, ਪਰਮਾਤਮਾ ਵਾਲਾ, ਵਿੱਚ ਰਹਿੰਦੇ ਹੋਏ ਉਹਦੇ ਨਾਲ ਲਿਵ ਲਾਉਣੀ। ਕਿੰਨਾ ਔਖਾ ਲੱਗਦੀ ਗੱਲ। ਸਾਡੇ ਸੋਚ ਇਹ ਸੀ ਬਣੀ ਹੋਈ ਵੀ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਜਾ ਬੈਠੋ, ਨੰਗ ਧੜੰਗੇ ਹੋ ਜਾਓ, ਮਾਇਆ ਛੱਡ ਦਿਓ। ਉਹਦੇ ਨਾਲ ਵੀ ਸਾਧ ਸੰਗਤ ਜੀ ਮਨ ਦੇ ਵਿੱਚੋਂ ਬਲਬਲੇ ਨਹੀਂ ਜਾਂਦੇ, ਮਨ ਦੇ ਵਿੱਚ ਤਰੰਗਾਂ ਉਸ ਤਰ੍ਹਾਂ ਹੀ ਉੱਠਦੀਆਂ, ਮਾਇਆ ਦੀਆਂ, ਕਾਮ ਦੀਆਂ, ਕ੍ਰੋਧ ਦੀਆਂ। ਔਰ ਫਿਰ ਮੰਗਣ ਵਾਸਤੇ ਫਿਰ ਉਹਨਾਂ ਹੀ ਸੰਸਾਰੀਆਂ ਕੋਲ ਆਉਣਾ ਪੈਂਦਾ। ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ, ਬਿਨ ਦਿੱਤੇ ਕਿਛ ਹੱਥ ਨਾ ਆਈ। ਉਹੀ ਜੋਗੀ ਸੰਨਿਆਸੀ ਜਿਹੜਾ ਬਾਹਰ ਜਾ ਕੇ ਬਹਿ ਜਾਂਦਾ ਜੰਗਲਾਂ 'ਚ ਮੰਗਣ ਵਾਸਤੇ, ਫੇਰ ਖਾਣ ਵਾਸਤੇ ਸੰਸਾਰੀਆਂ ਦੇ ਦਰ 'ਤੇ ਆਉਂਦਾ। ਜ਼ਾਹਿਰ ਅੰਦਰ ਮਾਇਲ ਫਰਜ਼ੰਦੋ ਜਨ, ਜ਼ਾਹਿਰ ਅੰਦਰ ਮਾਇਲ ਫਰਜ਼ੰਦੋ ਜਨ, ਦਰ ਹਕੀਕਤ ਬਾ ਖੁਦਾਏ ਖੇਸ਼ਤਨ। ਭਾਈ ਨੰਦ ਲਾਲ ਜੀ, ਬਾਹਰ ਤੋਂ ਲੱਗਦਾ ਹੈ ਜ਼ਾਹਿਰ ਅੰਦਰ ਮਾਇਲ, ਮਾਇਲ ਹੁੰਦਾ ਗਲਤਾਨ, ਬਾਹਰ ਤੋਂ ਲੱਗਦਾ ਵੀ ਗਲਤਾਨ ਹੈ, ਮਾਇਆ 'ਚ ਫਸਿਆ। ਫਰਜ਼ੰਦੋ ਜਨ ਹੁੰਦੇ ਹੈ ਲੜਕੇ ਔਰ ਔਰਤ, ਜਨ ਔਰਤ ਹੁੰਦੀ, ਫਰਜ਼ੰਦ ਲੜਕਾ ਹੁੰਦਾ, ਪੁੱਤਰਾਂ ਧੀਆਂ 'ਚ ਖਚਤ ਹੋਇਆ ਪਿਆ, ਲੇਕਿਨ ਅੰਦਰ ਤੋਂ ਉੱਧਰ ਜੁੜਿਆ ਹੋਇਆ। ਇਹ ਦਸ਼ਮੇਸ਼ ਜੀ ਬਾਰੇ 'ਚ ਫਰਮਾਇਆ ਭਾਈ ਨੰਦ ਲਾਲ ਜੀ ਨੇ। ਬਾਹਰ ਤੋਂ ਕਿਲਿਆਂ ਦੀ ਉਸਾਰੀ, ਕਲਗੀਆਂ ਲਗਾਉਣੀਆਂ, ਘੋੜਿਆਂ 'ਤੇ ਸਵਾਰੀਆਂ, ਸਿੰਘਾਂ ਦੇ ਯੁੱਧ ਕਰਾਉਣੇ ਆਪਸੀ ਟ੍ਰੇਨਿੰਗ ਦੇਣ ਖਾਤਰ, ਔਰ ਨਗਾਰੇ ਵਜਾਉਣੇ ਰਾਜਿਆਂ ਦੀ ਤਰ੍ਹਾਂ, ਲੇਕਿਨ ਅੰਦਰ ਤੋਂ ਬਿਲਕੁਲ ਫਕੀਰਾਂ ਵਾਲੀ ਬਿਰਤੀ, ਪਰਮਾਤਮਾ ਦੇ ਨਾਲ ਇੱਕ ਮਿਕਤਾ। ਤੋ ਦੋਹਾਂ ਸਿਰੇ ਜਿਹੜੇ ਹੈ ਦੋਹੇ ਫਿਰ ਉਹ ਗੁਰਮਤਿ ਦੀ ਵਿਚਾਰਧਾਰਾ ਵਿੱਚ ਇੱਕ ਹੁੰਦੇ, ਯਾਨੀ ਇਨ ਬਿਟਵੀਨ ਦੀ ਗੱਲ ਜਿਹੜੀ ਆਉਂਦੀ ਹੈ ਉਹ ਇਹ ਹੈ। ਰਹਿਣਾ ਸੰਸਾਰ 'ਚ ਹੈ, ਰਹਿਣਾ ਮਾਇਆ ਵਿੱਚ ਹੈ, ਇਹ ਛੱਡਣੀ ਕੋਈ ਨਹੀਂ, ਪੁੱਤਰ ਧੀ ਨਹੀਂ ਛੱਡਣੇ। ਸਰੀਰ ਵੀ ਮਾਇਆ, ਸਰੀਰ ਨਹੀਂ ਛੱਡਣਾ, ਇਹਦਾ ਤਿਆਗ ਨਹੀਂ ਕਰਨਾ। ਕਈ ਸੁਈਸਾਈਡ ਕਰਦੇ ਆ ਕਿਸੇ ਨਕਲੀ ਸਾਧਾਂ ਪਿੱਛੇ ਲੱਗ ਕੇ, ਜਿਵੇਂ ਓਸ਼ੋ ਦੇ ਪਿੱਛੇ ਲੱਗ ਕੇ ਅਮਰੀਕਾ ਦੇ ਵਿੱਚ ਕਿੰਨੇ 100 ਚੇਲਿਆਂ ਨੇ ਖੁਦਕੁਸ਼ੀ ਕਰ ਲਈ ਸੀ, ਜਿਹਦੇ ਕਰਕੇ ਫਿਰ ਓਸ਼ੋ ਨੂੰ ਉੱਥੋਂ ਕੱਢਿਆ ਗਿਆ। ਉਹ ਸਮਝਦੇ ਸੀਗੇ ਵੀ ਸ਼ਾਇਦ ਇਸ ਤਰ੍ਹਾਂ ਹੀ ਮੁਕਤੀ ਹੋ ਜਾਊਗੀ ਸਾਡੀ। ਨੋ, ਸਰੀਰ ਵੀ ਮਾਇਆ, ਛੱਡਣਾ ਇਹ ਵੀ ਨਹੀਂ ਹੈ, ਬਸ ਉਹਦੇ ਨਾਲ ਜੁੜਨਾ ਹੈ। ਗੱਲ ਤਾਂ ਇਹ ਹੈ ਸਾਡਾ ਮਨ ਉੱਧਰ ਜੁੜ ਜੇ, ਰਹੀਏ ਮਾਇਆ ਦੇ ਵਿੱਚ। ਮਨ ਹੈ ਜਿਹੜਾ ਇਹ ਸਰੀਰ 'ਚ ਰਹਿੰਦਾ, ਸਰੀਰ ਮਾਇਆ। ਤੋ ਜੇ ਮਨ ਨੂੰ ਆਪਾਂ ਉੱਧਰ ਕਰ ਲਈਏ, ਪੋਸੀਬਲ ਹੈ। ਭਗਤਾਂ ਨੇ ਔਰ ਗੁਰੂ ਸਾਹਿਬਾਨਾਂ ਨੇ ਕਰਕੇ ਦਿਖਾਇਆ। ਪਹਿਲਾਂ 239 ਸਾਲ ਗ੍ਰਸਤੀ ਕਰੀ ਹੈ ਅਲੱਗ ਅਲੱਗ ਰੂਪ 'ਚ ਗੁਰੂ ਸਾਹਿਬਾਨਾਂ ਨੇ, ਜਿਹਦੇ ਵਿੱਚ ਭਗਤੀ ਦੀ ਵੀ ਸਿਖਰ ਸੀਗੀ, ਸੇਵਾ ਦੀ ਵੀ ਸਿਖਰ ਸੀਗੀ, ਖੰਡਾ ਖੜਕਾਉਣ ਦੀ ਵੀ ਸਿਖਰ ਸੀਗੀ। ਗ੍ਰਸਤੀ ਦੇ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰਾਂ ਦੇ ਵਿੱਚ, ਭਾਵੇਂ ਕਿ 2-3 ਪਾਤਸ਼ਾਹਾਂ ਨੂੰ ਉਹਨਾਂ ਦੇ ਜਿਹੜੇ ਫਰਜ਼ੰਦ ਸੀ ਉਹਨਾਂ ਨੇ ਵਿਰੋਧ ਵੀ ਕਰਿਆ, ਨਹੀਂ ਉਹਨਾਂ ਦੇ ਅਨੁਸਾਰੀ ਹੋਏ। ਗੁਰੂ ਨਾਨਕ ਸਾਹਿਬ ਦੇ ਦੋਹੇ ਸਾਹਿਬਜ਼ਾਦੇ ਉਹਨਾਂ ਅਨੁਸਾਰੀ ਨਹੀਂ ਹੋਏ, ਇਸੇ ਕਰਕੇ ਗੁਰਗੱਦੀ ਨਹੀਂ ਮਿਲੀ। ਗੁਰੂ ਅੰਗਦ ਦੇਵ ਜੀ ਦੇ ਨਾਲ ਵੀ ਇਸ ਤਰ੍ਹਾਂ ਹੀ ਵਰਤਾਰਾ ਹੋਇਆ, ਅਤੇ ਪੰਚਮ ਪਾਤਸ਼ਾਹ ਦੇ ਭਰਾਤਾ ਨੇ ਉਹਨਾਂ ਨਾਲ ਬਹੁਤ ਉਹ ਕਰੀ, ਮਾਰਨ ਤੱਕ ਵੀ ਗਏ। ਇਹ ਚੱਲਦਾ ਹੀ ਹੈ, ਸੰਸਾਰ ਹੈ। ਉਹ ਸੰਸਾਰੀ ਬਿਰਤੀਆਂ ਵਾਲੇ ਸੀ, ਪਾਤਸ਼ਾਹ ਇਨ ਬਿਟਵੀਨ ਬਿਰਤੀ ਵਾਲੇ ਸੀਗੇ। ਲਿਵ ਧਾਤ ਵਿੱਚ ਸੀਗੇ, ਲਿਵ ਵਿੱਚ ਸੀਗੇ, ਰਹਿੰਦੇ ਧਾਤ ਵਿੱਚ ਸੀਗੇ, ਲਿਵ ਪੂਰੀ ਸੀਗੀ। ਇਹ ਮਤਲਬ ਹੈ ਦੋਹਾਂ ਸਿਰਿਆਂ ਕਾ ਆਪ ਸੁਆਮੀ। ਦਵੱਲਾ ਹੈ ਆਪੇ ਆਪ ਹੈ, ਪਰ ਸਾਨੂੰ ਇਹ ਸਮਝਾਇਆ ਵੀ ਤੁਸੀਂ ਇਨ ਬਿਟਵੀਨ ਰਹਿਣਾ, ਵਿਚਾਲੇ ਰਹਿਣਾ। ਖੇਲੇ ਬਿਗਸੈ ਅੰਤਰਜਾਮੀ,
ਆਪੇ ਖੇਲ ਖੇਲਦਾ ਹੈ, ਖੁਸ਼ ਹੁੰਦਾ ਹੈ, ਉਹ ਅੰਤਰਜਾਮੀ ਹੈ। ਜੋ ਭਾਵੈ ਸੋ ਕਾਰ ਕਰਾਵੈ, ਜੋ ਉਹਨੂੰ ਚੰਗਾ ਲੱਗਦਾ ਉਸ ਤਰ੍ਹਾਂ ਦੀ ਅਸੀਂ ਕਾਰ 'ਚ ਪੈ ਜਾਂਦੇ ਹਾਂ, ਉਹ ਕਰਾਉਂਦਾ ਸਾਤੋਂ। ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਹੋਰ ਕੋਈ ਨਜ਼ਰੇ ਨਹੀਂ ਆਉਂਦਾ। ਕਹੋ ਮਨੁੱਖ ਤੇ ਕਿਆ ਹੋਏ ਆਵੈ, ਦੱਸੋ ਮਨੁੱਖ ਤੇ ਕਿਆ ਹੋ ਸਕਦਾ, ਕੁਛ ਵੀ ਨਹੀਂ। ਹੁਣ ਬੋਲਦਾ ਹੈ ਮਨੁੱਖ, ਅਗਲੇ ਪਲ ਸ਼ਾਂਤ ਹੋ ਜਾਂਦਾ। ਬਾਬਾ ਬੋਲਤੇ ਤੇ ਕਹਾਂ ਗਏ, ਪਤਾ ਹੀ ਨਹੀਂ ਲੱਗਦਾ 1 ਸੈਕਿੰਡ ਵਿੱਚ ਕਿਆ ਹੋ ਜਾਂਦਾ, ਕਿੱਥੇ ਚਲੇ ਜਾਂਦਾ ਫਿਰ। ਜੋ ਤਿਸ ਭਾਵੈ ਸੋਈ ਕਰਾਵੇ। ਸਾਧ ਸੰਗਤ ਜੀ, ਉਹ ਕੱਲ ਵਿਚਾਰ ਆਈ ਸੀਗੀ ਵੀ ਜੋਗੀ ਹੈ ਜਿਹੜਾ, ਉਹਦੇ ਟਾਂਟੇ ਜਿਹੜੇ ਹੀੜਾ ਪਿੰਗਲਾ ਉਹ ਕਰਦਾ ਹੈ, ਫਿਰ ਉਹ ਕਿੱਥੇ ਚਲੇ ਜਾਂਦੇ ਉਹਦੇ ਉਹ ਟਾਂਟੇ, ਉਹ ਅਵਗੁਣ ਜਿਹੜੇ ਆਪਣੇ ਸਰੀਰ ਨੂੰ ਯਾਤਨਾਵਾਂ ਦਿੰਦਾ। ਇਹ ਬਹੁਤ ਨਵੇਕਲੀ ਔਰ ਵਿਰਲੀ ਵਿਚਾਰ ਹੈ ਗੁਰਮਤਿ ਦੀ ਜਿਹੜੀ ਸੋਝੀ ਆਉਣੀ ਹੈ। ਇਹ ਡਿਵਿਨਟੀ ਹੈ। ਸਪਿਰਿਚੁਅਲਿਟੀ ਤੱਕ ਬਹੁਤ ਸਾਰੀਆਂ ਫਲਸਫੀਆਂ ਹੋਰ ਵੀ ਹੈ, ਪਰ ਡਿਵਿਨਟੀ ਕੇਵਲ ਗੁਰਬਾਣੀਕਾਰਾਂ ਦੇ ਹਿੱਸੇ ਆਈ ਹੈ। ਇਹ ਬਹੁਤ ਉੱਚੀ ਅਵਸਥਾ ਇੱਕ ਦੇ ਨਾਲ ਜੁੜਨਾ। ਕਹਿਣ ਨੂੰ ਕੋਈ ਕੁਛ ਕਹੀ ਜਾਵੇ, ਸਾਰੇ ਧਰਮ ਮੁਬਾਰਕ ਹੈ ਆਪਣੀ ਆਪਣੀ ਜਗ੍ਹਾ, ਜੋ ਵੀ ਕੋਈ ਦੱਸ ਰਹੇ ਜਿਵੇਂ ਵੀ ਦੱਸਦੇ, ਪਰ ਸਾਨੂੰ ਗੁਰੂ ਪਾਤਸ਼ਾਹ ਨੇ, ਭਗਤ ਸਾਹਿਬਾਨਾਂ ਨੇ ਡਿਵਿਨਟੀ ਦੀ ਬਾਤ ਪਾਈ ਹੈ। ਵਨਨੈਸ ਓਨਲੀ, ਕੇਵਲ ਵਾਹਿਦ, ਇੱਕ ਤੋਂ ਬਿਨਾਂ ਦੂਜੇ ਦੀ ਗੱਲ ਨਹੀਂ ਕਰਨੀ, ਇੱਕ ਨਾਲ ਜੁੜਨਾ। ਸੋ ਜਾਗੈ ਜੋ ਇੱਕੋ ਜਾਣੇ, ਪ੍ਰਕਿਰਤੀ ਛੋੜੈ ਤਤ ਪਛਾਣੈ। ਜਾਗਦਾ ਵੀ ਉਹੀ ਹੈ ਜਿਹੜਾ ਇੱਕ ਨੂੰ ਜਾਣ ਗਿਆ। ਜਿਹੜੇ ਨੇ ਏਕੇ ਪ੍ਰੀਤ ਜਿਹਦੀ ਨਹੀਂ ਆਈ, ਉਹ ਜਾਗਿਆ ਹੋਇਆ ਨਹੀਂ ਹੈ। ਲੋਕ ਭਾਵੇਂ ਉਹਨੂੰ ਬਹੁਤ ਬੜਾ ਕਰਨ, ਉਹ ਹੋਰ ਗੱਲ ਹੈ, ਲੋਕਾਂ ਦੀਆਂ ਵਡਿਆਈਆਂ ਹੋਰ ਚੀਜ਼ ਹੈ। ਇਸਕੈ ਹਾਥ ਹੋਏ ਤਾਂ ਸਭ ਕੁਛ ਲੈ, ਜੇ ਮਨੁੱਖ ਦੇ ਹੱਥ ਵਿੱਚ ਹੋਵੇ ਤਾਂ ਇਹ ਸਭ ਕੁਝ ਪ੍ਰਾਪਤ ਕਰ ਲਵੇ। ਜੋ ਤਿਸ ਭਾਵੈ ਸੋਈ ਕਰੇ, ਜੋ ਉਹਨੂੰ ਭਾਉਂਦਾ ਹੈ ਉਹੀ ਉਹ ਕਰਦਾ। ਅਣਜਾਣਤ ਵਿਖਿਆ ਮੈਂ ਰਚੈ, ਕਈ ਵਾਰ ਅਣਜਾਣਪਣੇ 'ਚ ਵਿਖਿਆ ਵਿੱਚ ਰਚ ਪੈਂਦਾ ਬੰਦਾ। ਜੇ ਜਾਣਤ ਆਪਨ ਆਪ ਬਚੈ, ਜੇ ਜਾਣਦਾ ਹੋਵੇ ਤਾਂ ਉਹ ਬਚ ਨਾ ਜਾਵੇ, ਫਸ ਜਾਂਦਾ ਹੈ। ਭਰਮੇ ਭੂਲਾ ਦਹਿ ਦਿਸਤਾਵੈ, ਭਰਮ ਵਿੱਚ ਪਿਆ ਹੋਇਆ ਬੰਦਾ ਦਸੇ ਦਿਸ਼ਾਵਾਂ ਵਿੱਚ। ਦਸੇ ਦਿਸ਼ਾਵਾਂ ਕਿਹੜੀਆਂ ਸਾਧ ਸੰਗਤ ਜੀ? 4 ਦਾ ਤਾਂ ਆਪਾਂ ਨੂੰ ਪਤਾ, ਉੱਤਰ ਪੱਛਮ ਪੂਰਬ ਪੱਛਮ ਉੱਤਰ ਦੱਖਣ। ਉੱਪਰ ਨੂੰ ਜਾਣਾ, ਹੇਠ ਨੂੰ ਜਾਣਾ, 6 ਹੋ ਗਈਆਂ। 4 ਹੈ ਇਹਨਾਂ ਦੇ ਵਿਚਾਲੇ, ਜਿਵੇਂ ਪੂਰਬ ਦੇ ਔਰ ਉੱਤਰ ਦੇ ਵਿਚਾਲੇ ਇੱਕ ਦਿਸ਼ਾ ਹੈ। ਇਸ ਤਰੀਕੇ ਨਾਲ ਸਾਰੀਆਂ ਦਿਸ਼ਾਵਾਂ ਦੇ ਵਿਚਾਲੇ ਇੱਕ ਇੱਕ ਦਿਸ਼ਾ ਹੋਰ ਹੈ, ਉਹ 10 ਦਿਸ਼ਾ ਬਣ ਜਾਂਦੀ। ਨਿਮਖ ਮਾਹੇ 4 ਕੁੰਟ ਫਿਰ ਆਵੇ, ਇੱਕ ਨਿਮਖ ਵਿੱਚ, ਅੱਖ ਦੇ ਝਮੱਕੇ ਵਿੱਚ 4 ਕਾਰਨਰਸ, 4 ਖੂੰਜਿਆਂ 'ਚ, 4 ਕੁੰਟਾਂ 'ਚ ਘੁੰਮ ਕੇ ਆ ਜਾਂਦਾ। ਸਾਰੀ ਦੁਨੀਆ ਤੋਂ ਮਤਲਬ ਹੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਜਿਹਦੇ ਪਰ ਆਪਣੀ ਕਿਰਪਾ ਕਰ ਦੇਵੇ, ਉਹਨੂੰ ਉਹ ਭਗਤੀ ਦਿੰਦਾ, ਉਹੀ ਨਾਮ ਪ੍ਰਾਪਤ ਕਰਦਾ। ਦੂਜੇ ਨੂੰ ਨਾਮ ਨਹੀਂ ਮਿਲਦਾ, ਆਪਣੇ ਯਤਨ ਵਿਅਰਥ ਹੈ। ਕਰਨੇ ਹੈ, ਦੇਖੋ ਫਿਰ ਬਾਤ, ਕਰਨੇ ਯਤਨ ਹੈਗੇ ਹੈ, ਲੇਕਿਨ ਮਿਲਣਾ ਨਾ ਮਿਲਣਾ ਉਹਦੀ ਨਜ਼ਰ ਹੈ। ਸਾਧ ਸੰਗਤ ਜੀ, ਉਹ ਬੜੇ ਪ੍ਰਮੁੱਖ ਵਿਦਵਾਨ ਹੋਏ ਹੈ ਦੁਨੀਆ ਦੇ ਵਿੱਚ, ਜਿਨ੍ਹਾਂ 'ਚੋਂ ਓਸ਼ੋ ਵੀ ਇੱਕ ਹੈ। ਓਸ਼ੋ ਨੇ ਆਪਣੀ ਹਿੰਮਤ ਨੂੰ ਪਹਿਲ ਦਿੱਤੀ ਹੈ। ਮਹਾਤਮਾ ਬੁੱਧ ਜੀ ਨੇ ਵੀ ਆਪਣੀ ਹਿੰਮਤ ਨੂੰ ਪਹਿਲ ਦਿੱਤੀ ਹੈ ਵੀ ਇਹ ਚੀਜ਼ਾਂ ਠੀਕ ਕਰ ਲਓ, ਅਸ਼ਟਾਂਗ, ਬਸ ਸਭ ਕੁਝ ਠੀਕ ਹੈ। ਪਰਮਾਤਮਾ ਬਾਰੇ ਤਾਂ ਉਹ ਬਿਲਕੁਲ ਸਾਈਲੈਂਟ ਹੈ। ਤੋ ਜਿਹੜਾ ਆਪਣੇ ਵੱਲੋਂ ਉੱਦਮ ਹੈ, ਉਹ ਮੁਬਾਰਕ ਹੈ, ਉੱਦਮ ਤਾਂ ਕਰਨਾ ਹੈ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚਾਲੇ, ਇੱਕ ਪੈਂਡਾ ਤਾਂ ਅਸੀਂ ਚੱਲਣਾ ਹੈ, ਪਰ ਪ੍ਰਾਪਤੀ ਸਾਨੂੰ ਹੋ ਜੂਗੀ ਨੋ, ਇਹ ਨਿਸ਼ਚਿਤ ਨਹੀਂ ਹੈ। ਇਹ ਉਹਦੀ ਨਜ਼ਰ ਹੈ। ਉਹ ਚਾਹੇ 1 ਸੈਕਿੰਡ 'ਚ ਕਰ ਦੇਵੇ, ਬਿਨਾਂ ਭਗਤੀ ਤੋਂ ਵੀ ਕਰ ਸਕਦਾ, ਉਹ ਬਿਨਾਂ ਕਿਸੇ ਕਰਮ ਧਰਮ ਤੋਂ ਵੀ ਕਰ ਦਿੰਦਾ ਹੈ। ਕਿਸੇ ਕੋਲ ਕੋਈ ਗੁਣ ਨਾ ਹੋਵੇ, ਉਹਨੂੰ ਵੀ ਗੁਣ ਵਾਲਾ ਬਣਾ ਦਿੰਦਾ। ਇਹ ਉਹਦੀ ਮੌਜ ਹੈ, ਇਹਦੇ ਪਰ ਸਾਡਾ ਕੋਈ ਉਹ ਨਹੀਂ। ਤੋ ਜਦੋਂ ਵੀ ਉਹ ਚਾਹੇ ਕਿਸੇ ਨੂੰ, ਜਿਵੇਂ ਉਹ ਇੱਕ ਸਾਖੀ ਆਉਂਦੀ ਹੈ ਪੁਰਾਣੇ ਮਿਥਿਹਾਸ 'ਚ, ਵੀ ਜਿਹੜਾ ਗਜ ਸੀਗਾ ਤੰਦੂਏ ਨੇ ਪਕੜ ਲਿਆ, ਪਾਣੀ 'ਚ ਨੂੰ ਖਿੱਚੀ ਜਾ ਰਿਹਾ ਸੀ। ਉਹ ਗਜ ਦੇ ਕੋਲ ਕੋਈ ਕਰਮ ਨਹੀਂ ਸੀ, ਧਰਮ ਨਹੀਂ ਸੀ, ਕੋਈ ਵਿੱਦਿਆ ਨਹੀਂ ਸੀ, ਕੋਈ ਗੁਣ ਨਹੀਂ ਸੀਗਾ। 9ਵੇਂ ਪਾਤਸ਼ਾਹ ਨੇ ਵਰਣਨ ਕਰਿਆ ਹੈ, ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤੇ ਦੀਨ। ਦੇਖੋ ਪਰਮਾਤਮਾ ਦਾ ਸੁਭਾਅ, ਬਿਰਦ, ਉਹਨੂੰ ਵੀ ਤਾਰ ਦਿੱਤਾ, ਤੰਦੂਏ ਤੋਂ ਛੁਡਾਤਾ। ਹਾਲਾਂਕਿ ਕੁਛ ਵੀ, ਕੋਈ ਗੁਣ ਵੀ ਨਹੀਂ ਸੀ, ਕੋਈ ਭਗਤੀ ਨਹੀਂ ਸੀਗੀ, ਕਰਮ ਧਰਮ ਕੁਛ ਨਹੀਂ ਥਾ। ਤੋ ਉਹ ਜੇ ਚਾਹੇ ਤਾਂ ਕੁਛ ਵੀ ਕਰ ਸਕਦਾ, ਕਦੇ ਵੀ ਕਰ ਸਕਦਾ ਹੈ। ਸਾਡੀ ਬੁੱਧੀ ਹੋਰ ਤਰ੍ਹਾਂ ਸੋਚਦੀ ਹੈ ਵੀ ਜੇ ਅਸੀਂ ਉੱਦਮ ਕਰਦੇ ਹਾਂ ਤਾਂ ਸਾਨੂੰ ਉਹਦਾ ਫਲ ਜ਼ਰੂਰ ਮਿਲੇ,
ਭਾਈ ਇਹ ਉਹਨੇ ਦੁਨੀਆ ਵਿੱਚ ਤਾਂ ਨਿਯਮ ਬਣਾਤਾ ਵੀ ਜਿਹਾ ਜਿਹਾ ਕਰੋਗੇ ਭਰ ਲਓਗੇ ਮਿਲ ਜੂਗਾ, ਜਿਹਾ ਬੀਜਿਆ ਸੋ ਲੂਣੇ, ਖੇਤੀ ਬੀਜੋਗੇ ਕੱਟ ਵੀ ਲਓਗੇ, ਲੇਕਿਨ ਇਹਦੇ ਪਰ ਦਾਅਵਾ ਕੋਈ ਨਹੀਂ ਹੈ। ਖੇਤੀ ਕਿਸਾਨ ਖੁਸ਼ ਹੁੰਦਾ ਵੀ ਮੇਰੀ ਐਤਕੀ ਬਹੁਤ ਵਧੀਆ ਕਣਕ ਹੈ, ਗੋਲੇ ਪੈ ਗਏ ਸੱਤਿਆਨਾਸ਼, ਉਹੀ ਜਾਣਦਾ ਇਸ ਚੀਜ਼ ਨੂੰ। ਤੋ ਇਸੇ ਤਰੀਕੇ ਨਾਲ ਬੰਦਾ ਸਮਝਦਾ ਵੀ ਮੈਂ ਤਾਂ ਹੁਣ ਧਾਰਮਿਕ ਬੰਦਾ ਬਣਿਆ ਹੋਇਆ, ਲਿਬਾਸ ਵੀ ਪਾ ਲਿਆ ਹੋਇਆ, ਹੁਣ ਤਾਂ ਮੈਨੂੰ ਪ੍ਰਾਪਤੀ ਹੋ ਜਾਊਗੀ, ਬਿਲਕੁਲ ਨਹੀਂ ਇਸ ਤਰ੍ਹਾਂ ਦੀ ਗੱਲ ਹੈ। ਉਹ ਚਾਹੇ ਤਾਂ ਦੇ ਦੇਵੇ, ਨਾ ਦੇਵੇ ਤਾਂ ਸਾਰੀ ਉਮਰ ਨਾ ਦੇਵੇ, ਕਈ ਕਈ ਜਨਮਾਂ ਤੱਕ ਨਾ ਦੇਵੇ। ਦੇ ਦੇਵੇ ਤਾਂ ਗੰਨਕਾ ਵਰਗਿਆਂ ਨੂੰ ਇੱਕ ਸਕਿੰਟ ਵੀ ਨਹੀਂ ਲਾਇਆ ਦੇਣ ਵਾਸਤੇ, ਅਜਾਮਲ ਵਰਗਿਆਂ ਦਾ ਆਧਾਰ ਕਰ ਦਿੱਤਾ। ਸੋ ਸਾਧ ਸੰਗਤ ਜੀ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਉਹਨਾਂ ਨੂੰ ਨਾਮ ਮਿਲਦਾ ਹੈ। ਖਿਨਮੈ ਨੀਚ ਕੀਟ ਕਉ ਰਾਜ, ਛੋਟੇ ਤੋਂ ਛੋਟੇ ਕੀੜਿਆਂ ਨੂੰ ਵੀ ਰਾਜੇ ਬਣਾ ਦਿੰਦਾ ਹੈ। ਇੱਕ ਰਾਜਾ ਦਾਰਾ ਹੋਇਆ, ਡੇਰੀਅਸ ਲਿਖਿਆ ਉਹਨੂੰ ਅੰਗਰੇਜ਼ਾਂ ਨੇ, ਡੇਰੀਅਸ, ਦਾਰਾ ਆਪਾਂ ਪੰਜਾਬੀ 'ਚ ਕਹਿ ਦਿੰਦੇ, ਈਰਾਨ ਦਾ ਬਾਦਸ਼ਾਹ ਸੀ। ਸਾਧ ਸੰਗਤ ਜੀ, ਇਹ ਵੀ ਇੱਕ ਸੱਚਾਈ ਹੈ ਇਤਿਹਾਸ ਦੀ, ਵੀ ਜਿਹੜਾ ਪੰਜਾਬ ਦਾ ਹਲਕਾ, ਇਹ ਪੰਜਾਬ ਜਿਹਦੇ ਵਿੱਚ ਪੱਛਮੀ ਪਾਕਿਸਤਾਨ ਵੀ ਹੈਗਾ, ਇਹ ਸਾਰਾ ਜਿਹੜਾ ਪਹਿਲਾਂ ਪੰਜਾਬ ਹੁੰਦਾ ਸੀ, ਹਰਿਆਣਾ ਵੀ ਵਿੱਚ ਹੈ ਇਹਦੇ, ਇਹ ਜ਼ਿਆਦਾਤਰ ਈਰਾਨ ਔਰ ਕਾਬਲ ਤੋਂ ਰੂਲ ਹੋਇਆ, ਦਿੱਲੀ ਨਾਲ ਬਹੁਤ ਘੱਟ ਵਾਸਤਾ ਰਿਹਾ। ਇਸੇ ਕਰਕੇ ਆਪਣੀ ਪੰਜਾਬੀਆਂ ਦੀ ਸਾਂਝ ਈਰਾਨ ਦੇ ਨਾਲ ਬਹੁਤ ਹੈ। ਈਰਾਨ ਦੇ ਪਹਿਲਵਾਨ, ਪੰਜਾਬ ਦੇ ਪਹਿਲਵਾਨ, ਕਬੱਡੀ ਪੰਜਾਬ ਦੀ, ਈਰਾਨ ਦੀ ਕਬੱਡੀ, ਹੋਰ ਬਹੁਤ ਸਾਰਾ ਕੁਛ ਮੇਲ ਖਾਂਦਾ ਹੈ, ਕਿਉਂਕਿ ਸਾਡੇ ਉੱਤੇ ਜ਼ਿਆਦਾਤਰ ਰੂਲ ਉਹਨਾਂ ਦਾ ਰਿਹਾ। ਇਹ ਇੱਕ ਪ੍ਰਿੰਸੀਪੈਲਿਟੀ ਹੁੰਦੀ ਸੀ ਈਰਾਨ ਦੀ, ਜਿਹੜਾ ਪੰਜਾਬ ਹੈ। ਸੋ ਉਹ ਜਿਹੜਾ ਦਾਰਾ ਸੀਗਾ, ਉਹ ਆਪਣੇ ਨਾਲ ਇੱਕ ਸੰਦੂਖ ਰੱਖਦਾ ਹੁੰਦਾ ਸੀ। ਸੰਦੂਖ ਦੇ ਉੱਤੇ ਹਰ ਵਕਤ ਨੇਜੇ ਵਾਲੇ ਸਿਪਾਹੀਆਂ ਦਾ ਪਹਿਰਾ ਹੁੰਦਾ ਸੀ, ਜਿੱਥੇ ਵੀ ਜਾਣਾ ਰਾਜੇ ਦੇ ਨਾਲ ਸੰਦੂਖ ਜਾਂਦਾ ਸੀ ਪਹਿਰੇ 'ਚ। ਵਜ਼ੀਰਾਂ ਨੂੰ ਬੜੀ ਜਗਿਆਸਾ ਵੀ ਇਹਦੇ 'ਚ ਕਿਆ ਚੀਜ਼ ਹੈ ਇਹੋ ਜਿਹਾ ਕੀਮਤੀ, ਜਿਹੜੇ ਹਰ ਵਕਤ ਇਹ ਨਿਗਾਹ ਰੱਖਦਾ ਹੈ, ਪਹਿਰਾ ਲਾਇਆ ਹੋਇਆ। ਸਾਧ ਸੰਗਤ ਜੀ, ਉਹ ਬੜੇ ਵਜ਼ੀਰ ਨੂੰ ਕਿਹਾ, ਔਰ ਰਾਜੇ ਜਿਹੜੇ ਛੋਟੇ ਵਜ਼ੀਰ ਸੀ ਵੀ ਤੁਸੀਂ ਪੁੱਛ ਕੇ ਦੱਸੋ ਵੀ ਗੱਲ ਕਿਆ ਇਹ। ਉਹ ਵੀ ਡਰਦਾ ਸੀ, ਪਰ ਕਿਸੇ ਟਾਈਮ ਉਹਨੇ ਹੌਸਲਾ ਕਰਕੇ ਪੁੱਛਿਆ ਵੀ ਰਾਜਾ ਜੀ, ਇਹਦੇ 'ਚ ਇਹੀ ਜੀ ਕਿਆ ਬਾਤ ਹੈ ਜਿਹੜੀ ਤੁਸੀਂ ਇੰਨਾ ਇਹਦਾ ਵਸਾ ਨਹੀਂ ਖਾ ਰਹੇ। ਉਹ ਰਾਜਾ ਕਹਿੰਦਾ ਜੀ ਟਾਈਮ ਆਉਣ 'ਤੇ ਮੈਂ ਦੱਸੂਗਾ ਤੁਹਾਨੂੰ। ਇੱਕ ਦਿਨ ਚਾਬੀ ਫੜਾਤੀ ਬੜੇ ਵਜ਼ੀਰ ਕੋ ਵੀ ਲੈ ਵੀ ਖੋਲ੍ਹ ਇਹਨੂੰ। ਸਾਰੇ ਵਜ਼ੀਰ ਇਕੱਠੇ ਹੋਏ ਸੀ, ਜਦ ਖੋਲ੍ਹਿਆ ਸਾਰਿਆਂ ਨੇ ਨੱਕ ਪਕੜ ਲਿਆ, ਥੂ ਥੂ ਥੂ, ਵਿੱਚੋਂ ਸਮੈਲ ਆਵੇ ਬੁਰੀ ਗੰਦੀ, ਕੱਪੜੇ ਲਿਬੜੇ ਪੋਤੜੇ, ਬੱਕਰੀਆਂ ਦੇ ਜਿਹੜਾ ਸੋਨੇ ਦੇ ਟਾਈਮ ਜਾਂ ਜੇਰ ਪੈਂਦੀ ਹੈ, ਉਹ ਜਿਹੜੇ ਕੱਪੜੇ ਹੁੰਦੇ ਸਫਾਈ ਕਰਨ ਵਾਲੇ, ਸਭ ਵਿੱਚ ਉਹਦੇ। ਤੋ ਫਿਰ ਪੁੱਛਣ ਲੱਗੇ ਵੀ ਮਹਾਰਾਜ ਇਹ ਤਾਂ ਬਹੁਤ ਬੁਰੀ ਸਮੈਲ ਆ ਰਹੀ ਹੈ, ਇਹਦੇ ਤਾਂ ਕੋਈ ਕੀਮਤੀ ਚੀਜ਼ ਨਜ਼ਰ ਨਹੀਂ ਆਉਂਦੀ। ਕਹਿੰਦੇ ਇਹੀ ਕੀਮਤ ਹੈ। ਰਾਜਾ ਕਹਿੰਦਾ ਮੈਂ ਆਪਣੇ ਆਪੇ ਨੂੰ ਯਾਦ ਰੱਖਦਾ, ਆਪਣੇ ਪਿਛੋਕੜ ਨੂੰ, ਆਪਣੀ ਔਕਾਤ ਨੂੰ। ਮੈਂ ਛੋਟਾ ਹੁੰਦਾ ਭੇਡਾਂ ਚਾਰਦਾ ਹੁੰਦਾ ਸੀ, ਬੱਕਰੀਆਂ ਭੇਡਾਂ ਜਦ ਸੂੰਦੀਆਂ ਸੀਗੀਆਂ, ਉਹ ਜਿਹੜੇ ਕੱਪੜੇ ਹੁੰਦੇ ਸੀ ਸਾਰੇ ਲਿਬੜੇ ਲੜਾਏ ਹੋਏ, ਉਹ ਮੈਂ ਸਾਂਭ ਕੇ ਰੱਖੇ ਹੋਏ ਤਾਂ ਕਿ ਮੈਨੂੰ ਆਪੇ ਦਾ ਗਿਆਨ ਰਹੇ। ਮੈਂ ਹੁਣ ਰਾਜਾ ਬਣ ਗਿਆ, ਕਿਤੇ ਮੈਂ ਉੱਪਰ ਨਾ ਉੱਠ ਜਾਵਾਂ ਆਪਣੀ ਸੋਚ ਤੋਂ। ਮੈਂ ਖੁਦਾ ਨੂੰ ਮੰਨਦਾ ਰਹਾਂ ਵੀ ਮੈਂ ਇੰਨਾ ਛੋਟਾ ਹੁੰਦਾ ਸੀ, ਨਹੀਂ ਤਾਂ ਬੰਦਾ ਪੈਰ ਛੱਡ ਜਾਂਦਾ ਜੇ ਥੋੜ੍ਹੀ ਜਿਹੀ ਪਾਵਰ ਆ ਜੇ ਕੋਲ। ਸੋ ਚਲੋ, ਪਰਮਾਤਮਾ ਨੀਚ ਤੋਂ ਨੀਚਾਂ ਨੂੰ ਵੀ ਰਾਜ ਦੇ ਦਿੰਦਾ। ਜਿਹੜਾ ਗੁਲਾਮ ਵੰਸ਼ ਦਿੱਲੀ ਪਰ ਕਿੰਨੇ 100 ਸਾਲ ਰਾਜ ਕਰਕੇ ਗਿਆ, ਉਹ ਸਾਰੇ ਗੁਲਾਮ ਸੀਗੇ ਆਏ ਪਹਿਲਾਂ, ਗੁਲਾਮ ਜਿਹੜੇ ਸੇਵਾ ਕਰਦੇ ਹੁੰਦੇ ਰਾਜਿਆਂ ਦੀ, ਅਖੀਰ ਨੂੰ ਉਹ ਰਾਜੇ ਵੀ ਬਣ ਗਏ। ਪਾਰ ਬ੍ਰਹਮ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲਾ ਪਾਰ ਬ੍ਰਹਮ ਹੈ। ਜਾਂ ਕੀ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ। ਜਿਹਦੀ ਜਿਹੜਾ ਦ੍ਰਿਸ਼ਟੀ ਵਿੱਚ ਕੁਛ ਵੀ ਨਹੀਂ ਹੁੰਦਾ, ਬਿਲਕੁਲ ਛੋਟਾ ਸਮਝਦੇ ਆ ਲੋਕ, ਗਰੀਬ ਸਮਝਦੇ ਆ, ਨੀਚੀ ਜਾਤ ਦਾ ਸਮਝਦੇ ਆ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ। ਹੋਇਆ ਨਹੀਂ ਬਨਾਰਸ ਦੇ ਵਿੱਚ ਰਵਿਦਾਸ ਜੀ, ਬਾਬਾ ਕਬੀਰ ਜੀ, ਛੋਟੇ ਘਰਾਣਿਆਂ 'ਚੋਂ, ਸੋ ਕਾਲ ਜਿਹੜੇ ਗਰੀਬੀ 'ਚ, ਲੇਕਿਨ ਇੰਨੇ ਉੱਚੇ ਕਰ ਦਿੱਤੇ ਵੀ ਸਾਰਾ ਸੰਸਾਰ ਨਤਮਸਤਕ ਹੁੰਦਾ। ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪੇ ਤੂੰ ਹੀ ਟਰੈ। ਜਿਹਦੀ ਭਿੱਟ ਲੱਗਦੀ ਸੀ ਸੰਸਾਰ ਨੂੰ ਵੀ ਇਹਨੂੰ ਬੁਲਾਉਣਾ ਨਹੀਂ ਤੇ ਦੂਰ ਰਹਿਣਾ, ਜੇ ਇੱਥੇ ਜਿੱਥੇ ਦੀ ਉਹ ਲੰਘ ਗਿਆ, ਪਿੱਛੇ ਝਿੰਗਾਂ ਬੰਨ੍ਹ ਕੇ ਰਸਤਾ ਸਾਫ਼ ਕਰਦੇ ਸੀ, ਪਾਣੀ ਸਿੜ ਸਿੜ ਕੇ, ਇੰਨਾ ਬੁਰਾ ਸਮਝਿਆ ਜਾਂਦਾ ਸੀ। ਉਹ ਉਹਨਾਂ ਨੂੰ ਐਡੀ ਵਡਿਆਈ ਦੇ ਦਿੱਤੀ ਵੀ ਵਿਪਰ ਪ੍ਰਧਾਨ ਤੇ ਕਰੈਂ ਡੰਡੌਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਉਹੀ ਵਿਪਰਾਂ ਦੇ ਪ੍ਰਧਾਨ ਪੰਡਤਾਂ ਦੇ ਡੰਡੌਤ ਕਰਦੇ ਰਵਿਦਾਸ ਜੀ ਨੂੰ, ਜਿਹੜੇ ਕਹਿੰਦੇ ਸੀ ਹਾਂ ਛੂਤ ਹੈ, ਛੂਤ ਹੈ। ਸੋ ਦਸਾਂ ਦਿਸ਼ਾਂ 'ਚ ਪ੍ਰਗਟਾਤੇ। ਜਾਂ ਕਹੋ ਆਪਣੀ ਕਰੈ ਬਖਸ਼ੀਸ, ਤਾਂ ਕਾ ਲੇਖਾ ਨਾ ਗਨੇ ਜਗਦੀਸ਼।
ਜਿਹਦੇ ਪਰ ਆਪਣੀ ਕਿਰਪਾ ਕਰ ਦਿੰਦਾ, ਉਹਦਾ ਫਿਰ ਲੇਖਾ ਨਹੀਂ ਦੇਖਦਾ, ਉਹਦੇ ਪਿਛਲੇ ਕਰਮ ਨਹੀਂ ਦੇਖਦਾ ਉਹ ਵੀ ਇਹਨੇ ਕਿਆ ਕਿਆ ਮਾੜਾ ਕਰਮ ਕਰਿਆ। ਬਿਲਕੁਲ ਲਾਈਨ ਫਿਰ ਜਾਂਦੀ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਦੇ ਕਾਗਜ਼ਾਂ ਨੂੰ ਪਾੜ ਕੇ ਸਿੱਟ ਦਿੰਦਾ ਜੀ ਪਰ ਕਿਰਪਾ ਕਰ ਦੇਵੇ। ਜਿਉ ਪਿੰਡ ਸਭ ਤਿਸ ਕੀ ਰਾਸ, ਸਰੀਰ ਪ੍ਰਾਣ ਔਰ ਪਿੰਡਾ, ਸਰੀਰ ਆਪਣਾ ਪ੍ਰਾਣ ਔਰ ਪਿੰਡਾ ਦੋਨੋਂ ਉਹਦੀ ਰਾਸ਼ੀ ਹੈ, ਉਸ ਨੇ ਬਖਸ਼ੇ ਹੋਏ ਹੈ। ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਹਰ ਇੱਕ ਘਟ ਦੇ ਵਿੱਚ ਪਰਮਾਤਮਾ ਪੂਰਨ ਤੌਰ 'ਤੇ ਪ੍ਰਗਾਸ ਕਰੀ ਬੈਠਾ ਹੈ। ਪ੍ਰਗਾਸ ਦਾ ਮਤਲਬ ਹੈ ਹਰ ਇੱਕ ਦੇ ਵਿੱਚ ਉਹ ਹੈਗਾ ਹੈ, ਲੇਕਿਨ ਪ੍ਰਗਟ ਨਹੀਂ ਹੈ। ਪ੍ਰਗਟ ਕੇਵਲ ਸੰਤਾਂ ਦੇ। ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ। ਉਹਨੇ ਆਪਣੀ ਬਣਤ ਸੰਸਾਰ ਆਪ ਬਣਾਇਆ ਹੋਇਆ, ਯੂਨੀਵਰਸ, ਔਰ ਇਸੇ ਨੂੰ ਦੇਖ ਦੇਖ ਜਿਉਂਦਾ। ਗੁਰੂ ਨਾਨਕ ਯਾਨੀ ਪੰਜਮ ਪਾਤਸ਼ਾਹ ਫਰਮਾਨ ਕਰਦੇ ਆ ਵੀ ਮੈਂ ਉਹਦੀ ਵਡਿਆਈ ਨੂੰ ਦੇਖ ਦੇਖ ਕੇ ਜਿਉਂਦਾ, ਜਿਹੜੀ ਉਹਨੇ ਇਹ ਸਾਰੀ ਰਚਨਾ ਖੇਲ ਬਣਾਇਆ, ਦੋਹਾਂ ਸਿਰਿਆਂ ਦਾ ਆਪ ਸੁਆਮੀ ਹੈ। ਸਾਧ ਸੰਗਤ ਜੀਓ, ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਨਿਕਲ ਜਾਂਦਾ ਜਿਹੜਾ ਅਨਪਾਰਲੀਮੈਂਟਰੀ ਕਹਿ ਦਿੰਦੇ ਆਪਾਂ, ਜਾਂ ਨਾ ਇੱਧਰ ਸਹੀ ਫਿੱਟ ਬਹਿੰਦਾ ਹੋਵੇ ਫਲਸਫੇ ਦੇ ਵਿੱਚ, ਉਹਦੇ ਵਾਸਤੇ ਮੁਆਫੀ ਮੰਗਦਾ ਦਾਸਰਾ, ਹਮੇਸ਼ਾ ਹੀ ਮਾਫੀ ਮੰਗਦਾ ਹੱਥ ਜੋੜ ਕੇ। ਅਤੇ ਜੇ ਵਿਚਾਰ ਚੰਗੀ ਲੱਗਦੀ ਹੈ ਤਾਂ ਇਹ ਗੁਰੂ ਦੀ ਹੈ, ਕਿਸੇ ਇੱਕ ਦੀ ਵਿਅਕਤੀ ਦੀ ਨਹੀਂ ਹੈ। ਗੁਰੂ ਦੀ ਵਿਚਾਰ ਨੂੰ ਰੱਖ ਲਿਓ, ਜੇ ਕੋਈ ਦਾਸਰੇ ਵੱਲੋਂ ਸਮਝਦੇ ਹੋ ਤੁਸੀਂ, ਉਹਨੂੰ ਛੱਡ ਦਿਓ। ਬਾਕੀ ਕੋਈ ਅਸੀਸ ਵੀ ਬਖਸ਼ ਦਿਓ, ਕਿਉਂਕਿ ਤੁਹਾਡੀਆਂ ਅਸੀਸਾਂ ਹੀ ਫਲ ਦਾ ਕਾਰਨ ਬਣ ਰਹੀਆਂ। ਜਿੰਨੀ ਸੰਗਤ ਵੱਧ ਬਖਸ਼ੀਸ਼ ਕਰਦੀ ਹੈ, ਅਸੀਸਾਂ ਦਿੰਦੀ ਹੈ, ਉਹਨਾਂ ਬੰਦੇ ਦੇ ਅੰਦਰ ਵੱਧ ਵਿਕਸਿਤ ਬੰਦਾ ਹੁੰਦਾ, ਉਹਦਾ ਮਨ ਜ਼ਿਆਦਾ ਵਿਕਸਿਤ ਹੁੰਦਾ। ਤੋ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।